ये शराब पिलाते हैं और जबरदस्ती मेरे साथ कुछ करते हैं। ਤੈਮੂਰ ਨਾਲ ਨਿਕਾਹ ਹੋਇਆ। ਤੈਮੂਰ ਨਾਂ ਦਾ ਬੰਦਾ ਹੀ ਉਹ ਬਾਅਦ ਵਿੱਚ ਮੇਰੀ ਬੇਟੀ ਦੇ ਕੋਲ ਵੀ ਨਹੀਂ ਹੋ ਰਿਹਾ ਹੈਗਾ। ਇਹਨੇ ਕਿਹਾ ਉਹ ਬਾਹਰ ਚਲਾ ਗਿਆ। वो अपने अपने कमरे में चले गए। वो रात को मुझे कह के गया मैं आता हूँ, वो आया ही नहीं वापस। 2 दिन बाद आया। ਡਰਾਮੇ ਹੀ ਕਰਦੀ ਰਹੀ ਹੈ, ਨਾ ਹੀ ਮੇਰੀ ਬੇਟੀ ਨਾਲ ਫੋਨ ਤੇ ਗੱਲ ਕਰਾਂਦੀ। ਅਗਰ ਜੇ ਕਰਵਾਉਂਦੀ ਵੀ ਸੀ ਤੇ ਕਾਨਫਰੰਸ ਕਾਲ ਕਰਾਂਦੀ। ਉਸ ਤਰ੍ਹਾਂ ਨਹੀਂ ਤੋਰ ਇਹਨਾਂ ਕੁੜੀਆਂ ਨੂੰ ਇਹਨੇ ਕਿਸੇ ਹੋਟਲ 'ਚ ਭੇਜ ਦਿੱਤਾ ਹੈ। ਕੁੜੀਆਂ ਨੇ ਰੋ ਕੇ ਇੱਕ ਦਿਨ ਮੈਨੂੰ ਫੋਨ ਕੀਤਾ। ਉੱਥੇ 4-4 5-5 ਬੰਦੇ ਹੁੰਦੇ ਹਨ, ਸ਼ਰਾਬਾਂ ਪੀਂਦੇ ਹਨ, ਗੋਲੀਆਂ ਖਾ ਕੇ ਡਾਂਸ ਕਰਵਾਉਂਦੇ ਹਨ, ਹੋਰ ਗੰਦੇ ਕੰਮ करवाते हैं। अस्सलाम वालेकुम नाज़रीन, मैं हूं एडी मलिक और थाना फैसल टाउन के बाहर एक बेजारो मददगार खातून 2 अपनी जवान बेटियों को लेकर इसलिए बैठी है और ये पिछले तकरीबन 1 माह से इस थाने में दर बदर भटक रही है। लेकिन यहाँ थाने के जो अफसरान हैं वो इनकी कोई दादरसी करने के लिए तैयार नहीं है। इनके साथ इनकी बेटी के निकाह का, शादी का झांसा देकर एक नौसरबाज जिस्म फरोश खातून ने इनकी बेटी को किसी नामालूम के शख्स के साथ, जिसे अपना बेटा बनाकर इनको बताया और इनकी बेटी के साथ एक झूठा जाली निकाह किया और फिर उसके बाद इनकी दोनों बच्चियों को जो है वो धंधे पर लगा दिया। वो खातून कौन है, क्यों पुलिस उस खातून को, उस जिस्म फरोश नायिका को नहीं बुला रही, ऐसे लोगों के खिलाफ क्यों कार्रवाई नहीं की जा रही, इन्हीं से जानते और इनसे ये पूछते हैं कि इनको कब से ये थाने के चक्कर लगा रहे हैं और पुलिस आगे से क्या कहती है। बाजी मैं दसो कि तुसी किन्ने अरसे तो इत्थे थाने आ रहे हो फैसल टाउन? 17 ਤਰੀਕ ਤੋਂ ਅਸੀਂ ਆ ਰਹੇ ਹਾਂ। 1 ਮਹੀਨਾ ਡੇਢ ਹੋ ਗਿਆ ਅਸੀਂ ਰੋਜ਼ਾਨਾ ਆ ਰਹੇ ਹਾਂ ਇੱਥੇ। ਕਦੀ ਅਸੀਂ ਡੀਐਸਪੀ ਕੋਲ ਜਾਂਦੇ ਆ, ਕਦੀ ਕਿਤੇ ਜਾਂਦੇ ਆ, ਕੋਈ ਬਸ ਉਹ ਫਿਰ ਇੱਥੇ ਭੇਜ ਦਿੰਦੇ ਨੇ, ਕਦੀ ਉਧਰ ਦਾ ਚੱਕਰ ਲਵਾ ਦਿੰਦੇ, ਕਦੀ ਉਧਰ, ਫਿਰ ਅੱਗੋਂ ਟਾਈਮ ਦੇ ਦਿੰਦੇ ਨੇ। ਉਹ ਬੀਬੀ ਨੂੰ ਨਹੀਂ ਬੁਲਾਉਂਦੇ ਹੈਗੇ। ਅੱਛਾ, ਤੁਹਾਡੀ ਬੇਟੀ ਦਾ ਨਿਕਾਹ ਕਦੋਂ ਹੋਇਆ ਸੀ ਤੇ ਕਿਹਦੇ ਨਾਲ ਹੋਇਆ ਸੀ? ਤੈਮੂਰ ਨਾਲ ਨਿਕਾਹ ਹੋਇਆ। ਤੈਮੂਰ ਨਾਂ ਦਾ ਬੰਦਾ ਹੀ ਉਹ ਬਾਅਦ ਵਿੱਚ ਮੇਰੀ ਬੇਟੀ ਦੇ ਕੋਲ ਵੀ ਨਹੀਂ ਹੋ ਰਿਹਾ ਹੈਗਾ। ਇਹਨੇ ਕਿਹਾ ਉਹ ਬਾਹਰ ਚਲਾ ਗਿਆ। ਉਹ ਕਾਗਜ਼ ਬਣਾਉਂਦੇ ਆ ਆਪਣੇ, ਉਹ ਇੰਜ ਕਰਦਾ ਪਿਆ, ਉਹ ਇੰਜ ਕਰਦਾ, ਇੰਜ ਡਰਾਮੇ ਹੀ ਕਰਦੀ ਰਹੀ ਹੈ। ਨਾ ਹੀ ਮੇਰੀ ਬੇਟੀ ਨਾਲ ਫੋਨ ਤੇ ਗੱਲ ਕਰਾਂਦੀ। ਅਗਰ ਜੇ ਕਰਵਾਉਂਦੀ ਵੀ ਸੀ ਤੇ ਕਾਨਫਰੰਸ ਕਾਲ ਕਰਾਂਦੀ। ਉਸ ਤਰ੍ਹਾਂ ਨਹੀਂ ਸੀ ਕਰਵਾਉਂਦੀ। ਤੁਸੀਂ ਆਪਣੀ ਬੇਟੀ ਦੀ ਇਹਦੇ ਬੇਟੇ ਦੇ ਨਾਲ ਤੇ ਇਸ ਖਤੂਨ ਦਾ ਨਾਮ ਕਿ ਸ਼ਾਦੀ ਕਿਵੇਂ ਕਰਵਾਈ ਸੀ, ਰਿਸ਼ਤਾ ਕਿਵੇਂ ਤੈਅ ਹੋਇਆ ਸੀ? ਰਿਸ਼ਤਾ ਮੇਰੀ ਬੇਟੀ ਇਹਦੇ ਘਰ ਕੰਮ ਕਰਦੀ ਸੀ। ਕਿਸੇ ਕਿਰਾਏਦਾਰ ਦੀ ਕੁੜੀ ਦੇ ਜ਼ਰੀਏ ਇੱਥੇ ਆਈ ਸੀ ਇਹਨਾਂ ਦੇ ਕੋਲ। ਤੇ ਫਿਰ ਉਸ ਤੋਂ ਬਾਅਦ ਕਿਨਲ ਦੀ ਆਂਦੀ ਹੈ ਮਾਮਾ ਜੀ ਆਂਟੀ ਬਹੁਤ ਅੱਛੇ ਨੇ, ਇਹਨੇ ਆਣ ਕੇ ਆਪਣੇ ਘਰ। ਉਹਦਾ ਨਾਮ ਕੀ ਹੈਗਾ? ਸਭਾ ਨਾਮ ਦੀ ਔਰਤ। ਸਭਾ ਨਾਮ ਦੀ। ਤੇ ਕਿੱਥੇ ਰਹਿੰਦੀ ਸੀ ਇਹ? ਫੈਸਲ ਟਾਊਨ ਰਹਿੰਦੀ ਸੀ ਪਹਿਲੇ ਤੇ ਹੁਣ ਮਾਡਲ ਟਾਊਨ ਰਹਿੰਦੀ। ਮਾਡਲ ਟਾਊਨ ਹੁਣ ਫੈਸਲ ਟਾਊਨ ਆ ਗਈ ਹੈ। ਅਸੀਂ ਇਹਦੇ ਕੋਲ ਆਂਦੇ ਜਾਂਦੇ ਰਹੇ ਹਾਂ, ਠੀਕ ਰਹੀ ਹੈ, ਬਹੁਤ ਪਿਆਰ ਕਰਦੀ ਸੀ। ਬਾਅਦ ਵਿੱਚ ਪਿਆਰ ਦੇ ਵਿੱਚ ਹੀ ਆਣ ਕੇ ਤੇ ਇਹਨੇ ਬਾਅਦ ਚ ਜਦੋਂ ਕਿਨਲ ਦੀ ਸੋਚਿਆ, ਇਹਨੇ ਮੇਰੀ ਤੀਸਰੀ ਬੇਟੀ ਵੀ ਇਹਦੇ ਕੋਲ ਆਈ ਸੀ ਤੇ ਮੈਂ ਉਹਨੂੰ ਲੈ ਗਈ ਹਾਂ। ਮੈਂ ਕਿਹਾ ਮੈਂ ਘਰ ਕਿਨਲ ਦੀ ਇਹਨੇ ਆਪਣੇ ਸਹੁਰੇ ਜਾਣਾ, ਮੈਂ ਚੱਲੀ ਆ। ਇਹ ਉਹਨੂੰ ਕਹਿੰਦੀ ਨਹੀਂ ਤੂੰ ਮੇਰੇ ਕੋਲ ਹੀ ਰਹਿ, ਉਹਨਾਂ ਨੂੰ ਛੱਡ ਦੇ, ਉਹ ਚੰਗੇ ਨਹੀਂ ਹੈ ਇੰਜ ਇਹ ਉਹ। ਮੈਂ ਕਿਹਾ ਨਹੀਂ, ਉਹ ਕਿ ਉਹਦੇ ਮੇਰੇ ਭਰਾ ਗੁੱਸੇ ਹੁੰਦੇ ਨੇ, ਬੋਲਦੇ ਨੇ, ਤੇ ਮੈਂ ਇਹਨੂੰ ਘਰ ਛੱਡ ਕੇ ਲੈ ਕੇ ਚੱਲੀ ਆ। ਠੀਕ ਹੈ। ਉਸ ਤੋਂ ਬਾਅਦ ਜਦੋਂ ਲੈ ਕੇ ਚੱਲ ਗਏ ਆ, ਉਸ ਤੋਂ ਬਾਅਦ ਫੌਰੀ ਤੌਰ ਇਹਨਾਂ ਕੁੜੀਆਂ ਨੂੰ ਇਹਨੇ ਕਿਸੇ ਹੋਟਲ 'ਚ ਭੇਜ ਦਿੱਤਾ ਹੈ। ਕੁੜੀਆਂ ਨੇ ਰੋ ਕੇ ਇੱਕ ਦਿਨ ਮੈਨੂੰ ਫੋਨ ਕੀਤਾ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਇੰਜ ਇਹਨਾਂ ਦਾ ਦਿਲ ਨਹੀਂ ਲੱਗਦਾ ਤਾਂ ਵਾਸਤੇ ਮੇਰੇ ਨਾਲ ਇੰਜ ਕਰਦੀਆਂ ਨੇ। ਫਿਰ ਕੋਈ 2-3 ਦਿਨ ਲੰਘੇ ਨੇ। ਫਿਰ ਇਹਨਾਂ ਨੇ ਆਪਣੇ ਕਿਨਲ ਦੀ ਕਿ ਮੇਰਾ ਕੋਈ ਕਜ਼ਨ ਹੈ ਗੁਜਰਾ ਵਾਲੇ ਰਹਿੰਦਾ, ਉਹਨੂੰ ਇਹਨਾਂ ਨੇ ਫੋਨ ਕਰਕੇ ਕਿਹਾ ਹੈ ਕਿ ਭਾਈ ਕਿਨਲ ਦੀ ਭਾਈ ਅਸੀਂ ਇੰਜ ਫਸ ਗਏ ਆ। ਅਸੀਂ ਕਿਨਲ ਦੀ ਕਿਸੇ ਹੋਟਲ ਦੇ ਵਿੱਚ ਬੱਚੀ ਨੂੰ ਭੇਜਿਆ ਸਾਨੂੰ 3-4। ਹੋਟਲ ਦੇ ਵਿੱਚ ਕਿਉਂ ਭੇਜਿਆ ਸੀ, ਕਿਸ ਮਕਸਦ ਲਈ ਭੇਜਿਆ ਸੀ? ਮਕਸਦ ਇਹ ਉੱਥੇ 4-4 5-5 ਬੰਦੇ ਹੁੰਦੇ ਹਨ, ਸ਼ਰਾਬਾਂ ਪੀਂਦੇ ਹਨ, ਗੋਲੀਆਂ ਖਾ ਕੇ ਡਾਂਸ ਕਰਵਾਉਂਦੇ ਹਨ, ਹੋਰ ਗੰਦੇ ਕੰਮ ਕਰਵਾਉਂਦੇ ਹਨ। ਤੁਹਾਡੀਆਂ ਦੋਵਾਂ ਬੇਟੀਆਂ ਦੇ ਨਾਲ? ਹਾਂਜੀ, ਇਸ ਤਰ੍ਹਾਂ ਕਰਵਾਉਂਦੇ ਹਨ। ਤੇ ਇਸ ਵਾਸਤੇ ਫਿਰ ਕਿਨਲ ਦੀ ਕੁੜੀਆਂ ਉੱਥੇ ਰੋਈਆਂ ਪਿੱਟੀਆਂ ਨੇ। ਫਿਰ ਉਹਨੇ ਇਹਨੂੰ ਘਰ ਲਿਆ ਕੇ ਕੁੜੀਆਂ ਨੂੰ ਮਾਰਿਆ ਵੀ। ਤੇ ਤੁਸੀਂ ਫੌਰੀ ਸਭਾ ਦੇ ਨਾਲ ਰਾਬਤਾ ਨਹੀਂ ਕੀਤਾ ਕਿ ਮੈਂ ਤੇ ਸ਼ਾਦੀ ਕਰਾ ਕੇ ਤੈਨੂੰ ਦਿੱਤੀ ਹੈ ਬੇਟੀ ਆਪਣੀ, ਤੇ ਤੂੰ ਕਿਹੜੇ ਕੰਮ ਤੇ ਲਗਾ ਦਿੱਤਾ? ਮੈਨੂੰ ਉਸ ਟਾਈਮ ਹੀ ਪਤਾ ਲੱਗਿਆ ਜਦੋਂ ਮੇਰਾ ਭਣੇਵਾ ਇਹਨਾਂ ਨੂੰ ਘਰ ਲੈ ਗਿਆ। ਇਹ ਜਿਹੜਾ ਸ਼ਾਮ ਮੁੰਡਾ ਨਾ, ਉਹ ਘਰ ਲੈ ਕੇ ਚਲਾ ਗਿਆ। ਤੇ ਫਿਰ ਇਹ ਸਵੇਰ ਸਾਡੇ ਘਰ ਗਈ ਹੈ 7 ਵਜੇ ਨਾਲ। ਕਹਿੰਦੀ ਮੈਂ ਤੁਹਾਡੇ ਤੇ ਪਰਚਾ ਕਰਵਾ ਆਈ ਆ, ਤੇ ਜੇ ਅਲੀਸ਼ਾ ਨੱਸ ਗਈ ਹੈ। ਮੈਂ ਕਿਹਾ ਨੱਸੀ ਨਹੀਂ ਹੈਗੀ, ਉਹ ਮੇਰੇ ਮੁੰਡੇ ਦੇ ਕੋਲ ਹੀ ਹੈ। ਅਗਰ ਜੇ ਨੱਸ ਗਈ ਤੇ ਉਹਨੇ ਕਿਹਾ ਜੇ ਰਾਤ ਔਰ ਉਥੋਂ ਨਾ ਦਰਖਾਸਤ ਚੁੱਕ ਲਈਏ, ਪਰਚਾ ਚੁੱਕ ਲਈ। ਮੈਂ ਕਿਹਾ ਪੁਲਿਸ ਕਿਹੜੀ ਬੰਦੇ ਖਾਂਦੀ, ਆਣ ਦੇ ਪੁਲਿਸ, ਅਸੀਂ ਕਿਹੜੇ ਝੂਠੇ ਆ। ਮੈਂ ਕਿਹਾ ਆਣ ਦੇ ਪੁਲਿਸ ਨੂੰ। ਇਹਨੇ ਕਿਹਾ ਨਹੀਂ, ਮੇਰੇ ਬੜੇ ਤਰਲੇ ਕੀਤੇ ਨੇ, ਮੇਰੇ ਹੱਥ ਫੜ ਕੇ ਕਿਹਾ ਚੱਲ ਤੋਰ ਤੂੰ ਸਾਡੇ ਨਾਲ, ਤੇ ਪੁਲਿਸ ਕਿਨਲ ਦੀ ਆਣ ਕੇ ਤੁਹਾਨੂੰ ਲੈ ਜਾਵੇਗੀ, ਬਦਨਾਮੀ ਹੋਏਗੀ, ਇੰਜ ਹੋਏਗਾ ਇੰਜ ਹੋਏਗਾ। ਬਾਜੀ ਜਿਹੜਾ ਤੁਹਾਡਾ ਦਮਾਦ ਤੈਮੂਰ ਸੀ ਉਹ ਕਿੱਥੇ ਗਏ ਤੇ? ਤੈਮੂਰ ਤੇ ਇੱਕ ਦਿਨ ਨਹੀਂ ਸਾਡੇ ਮੱਥੇ ਲੱਗਾ, ਇੱਕ ਰਾਤ ਵੀ ਨਹੀਂ ਸਾਡੇ ਘਰ ਰਿਹਾ ਹੈਗਾ। ਇਹਨੇ ਬਸ ਇਹ ਹੀ ਕਿਹਾ ਕਿ ਉਹ ਬਾਹਰ ਚੱਲਿਆ ਕਾਗਜ਼ ਬਣਵਾਉਂਦੇ ਆ, ਬਾਹਰ ਚੱਲਿਆ ਕਾਗਜ਼ ਬਣਵਾਉਂਦੇ ਆ। ਅੱਗੋਂ ਇਹ ਕੁੜੀ ਨੂੰ ਵੀ ਕਹਿੰਦੀ ਸੀ ਤੂੰ ਆਪਣੀ ਮਾਵਾਂ ਨੂੰ ਇਹ ਹੀ ਜਵਾਬ ਦੇਣਾ ਕਿ ਬੇਟਾ ਮੇਰਾ ਘਰ 'ਚ ਹੀ ਸੀ।
ਅੱਛਾ ਤੇ ਬੇਟੀ ਨੇ ਕੀ ਦੱਸਿਆ ਸੀ ਕਿ ਜਿਹੜਾ ਮੇਰਾ ਸ਼ੋਹਰ ਜਿਹਦੇ ਨਾਲ ਤੁਸੀਂ ਮੇਰਾ ਨਿਕਾਹ ਕਰਾਇਆ ਉਹ ਤੇ ਘਰ ਹੀ ਨਹੀਂ ਹੈ, ਵੀ ਨਾ ਮੇਰੇ ਕੋਲ ਆਂਦਾ ਹੈ ਨਾ ਕੋਈ ਹੋਰ ਮਸਲਾ ਹੈ, ਤੇ ਬਲਕਿ ਉਲਟੇ ਕੰਮਾਂ ਤੇ ਮੈਨੂੰ ਲਗਾ ਰਹੀ ਹੈ। ਇੱਕ ਦੋ ਦਫਾ ਇਹਨੇ ਪੁੱਛਿਆ ਨਾ, ਤੇ ਫਿਰ ਮੇਰਾ ਬੇਟਾ ਜਿਹੜਾ ਘਰ ਹੈ ਨਾ, ਛੋਟਾ ਇਹਦਾ ਤੋਂ ਵੱਡਾ ਹੈ ਜ਼ਰਾ, ਤੇ ਉਹ ਬਿਮਾਰ ਹੈ, ਉਹਨੇ ਪੁੱਛਿਆ ਹੈ ਕਿ ਭਾਈ ਕਿਹਨਾਂ ਦੀ ਆਂਟੀ ਜੀ ਸਾਡਾ ਜਵਾਈ ਹੈ, ਲੋਕੀ ਸਾਨੂੰ ਪੁੱਛਦੇ ਨੇ ਤੁਹਾਡੀ ਕੁੜੀ ਨੂੰ ਮੋਬਾਈਲ ਲੈ ਕੇ ਦਿਓ, ਕੁੜੀ ਫੋਨ ਤੇ ਗੱਲ ਕਰੇ, ਉਹਦਾ ਦਿਲ ਲੱਗਾ ਰਹੇ, ਉਹ ਰੋਂਦੀ ਰਹਿੰਦੀ ਹੈ। ਫਿਰ ਇਹਨੇ ਆਪਣੇ ਬੇਟੇ ਨੂੰ ਕਿਹਾ, ਉੱਥੇ ਵੀਡੀਓ ਕਾਲ ਕੀਤੀ, ਇਹਨੇ ਉਸੇ ਟਾਈਮ ਉਹ ਵੀਡੀਓ ਕਾਲ ਜਿਹੜੀ ਆਪਣੀ ਮਾਂ ਨੂੰ ਸੈਂਡ ਕਰ ਦਿੱਤੀ। ਉਹ ਗੱਲ ਹੋ ਗਈ ਹੈ, ਬਾਅਦ ਚ ਕਹਿੰਦੀ ਹੈ ਉਦੋਂ ਮੈਂ ਡੀਐਸਪੀ ਤੇ ਪੇਸ਼ ਹੋਈ ਆ, ਉੱਥੇ ਫਿਰ ਇਹਦਾ ਬਿਆਨ ਬਦਲ ਗਿਆ ਇਸ ਬੀਬੀ ਦਾ। ਇਹਨੇ ਕਿਹਾ ਕਿ ਸਭਾ ਦਾ ਬਿਆਨ ਬਦਲ ਗਿਆ। ਹਾਂਜੀ, ਸਭਾ ਦਾ ਬਿਆਨ ਬਦਲ ਗਿਆ। ਫਿਰ ਪਹਿਲਾਂ ਇਹਨੇ ਸਾਡੇ ਤੇ ਚੋਰੀ ਦਾ ਇਲਜ਼ਾਮ ਲਾਇਆ ਸੀ, ਮੇਰੀ ਨੂੰਹ ਨੂੰ ਲੈ ਗਏ ਨੇ, ਬਾਅਦ ਵਿੱਚ ਸਭਾ ਦਾ ਜਿਹੜਾ ਬਿਆਨ ਇਹਨਾਂ ਇਹ ਬਦਲ ਗਿਆ। ਅੱਛਾ, ਤੁਹਾਨੂੰ ਕਿੰਨੇ ਅਰਸੇ ਬਾਅਦ ਸ਼ਾਦੀ ਦੀ ਬੇਟੀ ਜਦੋਂ ਕੀਤੀ ਸੀ ਤੇ ਉਹ ਕਿੰਨੇ ਅਰਸੇ ਬਾਅਦ ਪਤਾ ਚੱਲਿਆ ਸੀ ਕਿ ਇਹ ਖਤੂਨ ਜਿਹੜੀ ਹੈਗੀ ਹੈ ਕੋਈ ਜਿਸਮ ਫਰੋਸ਼ੀ ਦਾ ਕੰਮ ਕਰਦੀ ਹੈਗੀ ਹੈ, ਲੋਕਾਂ ਦੀਆਂ ਬੱਚੀਆਂ ਨੂੰ ਇਸੇ ਤਰ੍ਹਾਂ ਇਹ ਝਾਂਸਾ ਦੇ ਕੇ ਕਿਸੇ ਦੇ ਨਾਲ ਸ਼ਾਦੀ, ਕਿਸੇ ਦੇ ਨਾਲ ਕੋਈ ਹੋਰ ਮਾਮਲਾ, ਤੇ ਉਸ ਤੋਂ ਬਾਅਦ ਇਹ ਇਸ ਧੰਦੇ ਤੇ ਲਗਾ ਦਿੰਦੀ ਹੈ। ਇਹ 29 ਤਰੀਕ ਨੂੰ ਸਾਡੀ ਸ਼ਾਦੀ ਹੋਈ ਹੈ, 1 ਤਰੀਕ ਨੂੰ ਸਾਨੂੰ ਪਤਾ ਚੱਲਿਆ ਇਸ ਕੰਮ ਦਾ ਕਿ ਭਾਈ ਇਹ ਬੀਬੀ ਇਹ ਕੰਮ ਕਰਦੀ। ਕਿੰਨੇ ਦਿਨਾਂ ਬਾਅਦ? ਇੱਕ ਕਿੰਨਾ ਦੀ ਮਹੀਨਾ ਕੋ ਲੰਘ ਗਿਆ, ਮਹੀਨੇ ਦੇ ਵਿੱਚ ਅਸੀਂ ਇਹਦੇ ਕੋਲ ਆਂਦੇ ਜਾਂਦੇ ਰਹੇ ਆ, ਕੁੜੀ ਦੇ ਕੋਲ ਕੋਈ ਐਸੀ ਗੱਲ ਨਹੀਂ ਹੋਈ ਹੈਗੀ। ਕੁੜੀ ਨੂੰ ਵੀ ਮੈਂ ਪੁੱਛਿਆ, ਮੈਂ ਕਿਹਾ ਠੀਕ ਹੈ ਇਹ? ਹਾਂਜੀ ਠੀਕ ਆ। ਅੱਛਾ ਬਾਜੀ, ਇਹ ਤੁਸੀਂ ਥਾਣੇ ਫੈਸਲ ਟਾਊਨ ਆਏ ਹੋ ਤੇ ਕਿੱਥੋਂ ਤੁਸੀਂ ਆਂਦੇ ਹੋ ਇੱਥੇ ਫੈਸਲ ਟਾਊਨ, ਤੇ ਇੱਥੇ ਆ ਕੇ ਤੁਹਾਡੀ ਸੁਣਵਾਈ ਹੋਈ ਹੈ? ਕੋਈ ਤੁਸੀਂ ਜਿਹੜੀ ਦਰਖਾਸਤ ਦਿੱਤੀ ਹੈ ਉਹਦੇ ਤੇ ਕੋਈ ਇੰਪਲੀਮੈਂਟ ਹੋਇਆ ਜੇ? ਨਹੀਂ, ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਹੈ। ਇੱਥੇ ਅਸੀਂ ਗੁਜਰਾਂ ਵਾਲੇ ਤੋਂ ਆ ਰਹੇ ਹਾਂ, ਹੁਣ ਰਹਿੰਦੇ ਅਸੀਂ ਮਰੀਦ ਕੇ ਉਸ ਦਿਨ ਦੇ ਅਸੀਂ ਗੁਜਰਾਂ ਵਾਲੇ ਆਪਣੀ ਬੇਟੀ ਦੇ ਕੋਲ ਰਹਿ ਰਹੇ ਹਾਂ, ਤੇ ਗੁਜਰਾਂ ਵਾਲੇ ਅਸੀਂ ਆ ਰਹੇ ਹਾਂ। ਜਦੋਂ ਵੀ ਆਨੇ ਆ, ਕਦੀ ਉਹ ਕਹਿੰਦਾ ਕਿ ਤੁਹਾਨੂੰ ਕਦੀ ਇਨਸਾਫ ਮਿਲਣਾ ਸਹੀ ਹੈ। ਕੌਣ ਕਹਿੰਦਾ ਜੇ? ਕਿ ਜਿਹੜਾ ਕੀ ਨਾਂ ਹੈ ਉਹਦਾ, ਜਿਹੜਾ ਸਾਬ ਇੰਸਪੈਕਟਰ ਹੈ, ਉਹਨੇ ਕਿਹਾ ਜਿਹਦੇ ਕੋਲ ਤੁਹਾਡੀ ਦਰਖਾਸਤ ਹੈਗੀ ਹੈ? ਹਾਂਜੀ, ਉਹਨੇ ਕਿਹਾ ਹੈ ਕਿ ਸਨਾਵਲਾ ਸਾਹਿਬ ਉਹਦਾ ਨਾਮ ਹੈ, ਸਨਾਵਲਾ ਸਾਹਿਬ। ਇਸੇ ਥਾਣੇ ਦੇ ਨੇ? ਹਾਂਜੀ, ਫੈਸਲ ਟਾਊਨ ਥਾਣੇ ਦੇ ਸਨਾਵਲਾ ਸਾਹਿਬ ਨੇ। ਉਹਨੇ ਕਿਹਾ ਕਿ ਬੀਬੀ ਤੇ ਤੁਹਾਡੀ ਕੋਈ ਕਦੀ ਕਿਸੇ ਨੂੰ ਇਨਸਾਫ ਮਿਲਿਆ ਜਿਹੜਾ ਤੁਹਾਨੂੰ ਮਿਲਣਾ ਹੈ? ਚੱਲ ਜਾ। ਗੁਜਰਾਂ ਵਾਲੇ ਤੋਂ ਬਾਜੀ ਆਂਦੇ ਹੋ ਤੇ ਇਹ ਫੈਸਲ ਟਾਊਨ ਲਾਹੌਰ ਦੇ ਵਿੱਚ ਹੈਗਾ, ਕਿਸ ਤਰ੍ਹਾਂ ਤੁਸੀਂ ਇੱਥੇ ਆ ਕੇ ਦਰਖਾਸਤ ਉਸ ਖਾਤੂਨ ਦੇ ਖਿਲਾਫ ਦੇ ਰਹੇ ਹੋ? ਇਹ ਕਿਨਾਂ ਦੀ ਸਾਨੂੰ ਲੱਗਦਾ ਹੈ ਫੈਸਲ ਟਾਊਨ ਥਾਣਾ ਹੀ ਨਾ, ਉਹਨਾਂ ਨੂੰ ਮੈਂ ਪੁੱਛਿਆ, ਉੱਥੇ ਮੈਂ ਆਪਣੇ ਕਿਨਾਂ ਦੀ ਮਰੀਦਕੇ ਦੇ ਥਾਣੇ ਦੇ ਵਿੱਚ ਲਿਖਵਾਈ ਹੈ ਨਾ, ਸਾਡੀ ਰਿਹਾਇਸ਼ ਜੂ ਮਰੀਦਕੇ ਦੀ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਬੀਬੀ ਤੇਰੀ ਦਰਖਾਸਤ ਇੱਥੇ ਨਹੀਂ ਹੋਣੀ, ਤੇਰੀ ਦਰਖਾਸਤ ਫੈਸਲ ਟਾਊਨ ਥਾਣੇ 'ਚ ਹੋਣੀ ਹੈ। ਯਾਨੀ ਕਿ ਤੁਹਾਡੀ ਇਸ ਦਰਖਾਸਤ ਤੇ ਹੁਣ ਤੱਕ ਤਕਰੀਬਨ ਮਹੀਨਾ ਹੋ ਗਿਆ, ਕੋਈ ਕਾਰਵਾਈ ਨਹੀਂ ਹੋਈ? ਨਹੀਂ, ਕੋਈ ਅਮਲ ਨਹੀਂ ਹੋਇਆ, ਕੋਈ ਐਕਸ਼ਨ ਨਹੀਂ ਲੈ ਰਹੇ। ਮੈਂ ਕਿੰਨਾ ਰੋਈ ਪਿੱਟੀਆਂ ਜਾ ਕੇ ਆਈਜੀ ਤੁਸੀਂ ਐਸਐਚਓ ਸਾਹਿਬ ਨੂੰ ਵੀ ਮਿਲੇ ਹੋ? ਹਾਂਜੀ, ਆਈਜੀ ਪੰਜਾਬ ਕੋਲ ਵੀ ਗਏ ਆ, ਸਾਰਿਆਂ ਨੂੰ ਮਿਲੇ, ਉਹਨਾਂ ਨੇ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਬਸ ਆਈਜੀ ਪੰਜਾਬ ਕੋਲ ਚਲਾ ਗਿਆ, ਉਹ ਤੇ ਬੜੇ ਮਸਰੂਫ ਆਦਮੀ ਹੈਗੇ। ਹਾਂਜੀ, ਆਈਜੀ ਪੰਜਾਬ ਹਰਾਂ ਨੇ ਸਾਨੂੰ ਇਹਨਾਂ ਕੋਲ ਫੇਰ ਭੇਜਿਆ, ਤੇ ਇਹਨਾਂ ਨੇ ਫੇਰ 3 ਦਿਨ ਹੋ ਗਏ ਨੇ ਸਾਨੂੰ ਟਾਈਮ ਦੇਈ ਜਾ ਰਹੇ ਨੇ। ਅਸੀਂ ਉੱਥੋਂ 10,000 ਦੀ ਗੱਡੀ ਕਰਵਾ ਕੇ ਇੱਥੇ ਆਨੇ, ਬੱਚਿਆਂ ਨੂੰ ਨਾਲ ਲੈ ਕੇ ਆਨੇ। ਉਧਰ ਅਸੀਂ ਰੋਏ ਪਿੱਟੇ ਆ ਕਿ ਸਾਡੇ ਕੋਲ ਇੰਨਾ ਖਰਚਾ ਨਹੀਂ ਹੈਗਾ, ਅਸੀਂ ਕਿਸ ਤਰ੍ਹਾਂ ਕਰੀਏ, ਤੇ ਤੁਹਾਡੀ ਮਿਹਰਬਾਨੀ ਹੈ, ਕੋਈ ਐਕਸ਼ਨ ਲਓ, ਜਾਂ ਸਾਨੂੰ ਅੰਦਰ ਕਰ ਲਓ ਜਾਂ ਇਹਨਾਂ ਨੂੰ ਕਰ ਲਓ। ਹੁਣ ਸਭਾ ਨੂੰ ਕਿਉਂ ਪੁਲਿਸ ਗ੍ਰਿਫਤਾਰ ਨਹੀਂ ਕਰਦੀ ਪਈ? ਸਭਾ ਨੂੰ ਇਸੇ ਵਾਸਤੇ ਨਹੀਂ ਗ੍ਰਿਫਤਾਰ ਕਰਦੀ, ਇਹਨਾਂ ਕੋ ਪੈਸੇ ਲਿੱਲੇ ਹੋਣੇ ਨੇ, ਸਭਾ ਦੇ ਪੈਸੇ ਚੱਲਦੇ ਨੇ। ਸਾਡੇ ਅਸੀਂ ਗਰੀਬ ਲੋਕ ਆ, ਸਾਡੇ ਕੋਲ ਉਹਨਾਂ ਨੇ ਸਾਡੀ ਕਿੱਥੋਂ ਸੁਣਨੀ? ਤਾਂ ਹੀ ਤੇ ਸਭਾ ਦੀ ਪਹਿਲੇ ਸੁਣ ਲੈਂਦੇ ਨੇ। ਡੀਐਸਪੀ ਕੋਲ ਗਏ ਆ, ਸਭਾ ਦੀ ਉਹਨਾਂ ਨੇ ਪਹਿਲੇ ਰਿਕਾਰਡਿੰਗ ਸੁਣੀ ਹੈ, ਪਹਿਲੇ ਗੱਲਾਂ ਸੁਣੀਆਂ ਨੇ, ਬਾਅਦ ਚ ਸਾਡੀ ਉਹਨਾਂ ਨੇ ਕਿਹਾ ਚਲੋ ਜੀ ਬਿਆਨ ਲਿਖ ਕੇ ਲੈ ਆਓ। ਗਏ ਤੇ ਅਸੀਂ ਸਾਨਾ ਡੀਐਸਪੀ ਕੋਲ, ਅਸੀਂ ਸੀਸੀ ਦੇ ਦਫ਼ਤਰ ਗਏ ਆ, ਸੀਸੀ ਦੇ ਦਫ਼ਤਰ ਉਹਨਾਂ ਨੇ ਸਾਨੂੰ ਉੱਥੇ ਡੀਐਸਪੀ ਗਾਰਡਨ ਥਾਣੇ 'ਚ ਘੱਲਿਆ ਸੀ, ਉੱਥੇ ਵੀ ਅਸੀਂ ਗਏ, ਉੱਥੇ ਸਭਾ ਆਈ ਹੈ, ਉਹਨਾਂ ਨੇ ਕੋਈ ਗੱਲ ਨਹੀਂ ਹਾਲੀ ਸੁਣੀ, सभा ਦੀ ਗੱਲ सुनी है। तो बाद च ਅਸੀਂ गए तो ਜਿਹੜਾ ਉਹਦਾ। अच्छा बेटा, मुझे ये बताओ कि जब आपकी शादी तैमूर से हुई थी तो तैमूर सबसे पहले आपको लेके कहाँ पे गया था, और ये सभा जो है तैमूर की क्या लगती थी? थोड़ा इधर सामने मुझे घर लेके गए थे, ऐसे वो मुझे घर लेके गए थे, घर लेके गए, सब अपने अपने कमरे में चले गए। वो रात को मुझे कह के गया मैं आता हूँ, वो आया ही नहीं वापस। 2 दिन बाद आया, मैंने उससे पूछा कहाँ थे, कहता मैं अपने कागज़ बनवा रहा था इसीलिए नहीं आया। ये कहा कि थोड़ी सी बातें मेरे साथ ऐसे कर के फिर चला गया। फिर मैंने अपनी सास से बात की, मैंने कहा है ना ये क्यों नहीं मेरे पास रहते, चले जाते। कहती बेटा अभी आप बच्ची हो ना इसीलिए चला जाता है, इसके कागज़ बनवा रहा है। अच्छा, जब उसने आपको अपनी बहन के साथ होटल में भेजा था तो वहाँ से कैसे भागी थी और फिर कहाँ पे गई थी? कैसे पता चला कि ये हमें गलत काम करवा रही है? इसने मुझे होटल पे भेजा ना, मेरी आपी ने मुझे इत्तिशाम का नंबर दिया और मैंने उधर जाके किसी क्लाइंट को मैंने बोला इसे लोकेशन सेंड कर दो प्लीज़ कर दो, उसने कर दी। फिर इत्तिशाम को मैंने कॉल की, मैंने कहा है ना भाई मुझे लेने के लिए आ जाओ, ये मुझसे बड़े गंदे काम करवा रही है, ये शराब पिलाते हैं और ज़बरदस्ती मेरे साथ कुछ करते हैं। मैंने उससे बोला तो तब तक आपकी मामा को नहीं पता था इन बातों का? नहीं, वो मम्मा को बताने ही नहीं थी देती। जब भी मैं कुछ बोलती थी वो
कान प्रेस बात कर रही थी। मैंने कुछ बोलने की एक दफ़ा कोशिश की, वो इधर मेरे पास उधर आकर मुझे इतना मार के गई थी। फिर नाज़रीन, ये आपने दोनों बच्चियों की और इनकी वालदा की सारी गुफ्तगू सुनी है कि पिछले 1 माह से थाना फैसल टाउन की हदूद में ये नायका जिसने अपना जिस्म फरोशी का धंधा शुरू किया हुआ है, इसके ख़िलाफ़ अभी तक कोई एक्शन नहीं लिया। ये कभी आईजी साहब के ऑफिस जाती हैं, कभी सीसीपीओ के ऑफिस जाती हैं, लेकिन इनकी एप्लीकेशन जिन साहब के पास है, हमारी उनसे बात हुई है, लेकिन उनकी कहानी अगर सुनी जाए तो वो बिल्कुल ही मुख्तलिफ होती है। वो कहते हैं कि आज तक किसी को इंसाफ मिला है जो आपको इंसाफ मिलेगा। मेरे भाई, आप होते कौन है ये पूछने वाले कि किसी को इंसाफ मिला है या नहीं मिला है। इसी पर हम अपने आला अफसरान से ये गुजारिश करेंगे कि ये जो स्क्रीन पर आप इनकी जो दरख्वास्त है और जो जिन अफसरान को ये मार्क हुई है, इनके खिलाफ कोई सख्त एक्शन लेना चाहिए। ये 2 जवान बेटियां जो गुजरांवाला से ये माँ अपनी बेटियों को लेकर इंसाफ के लिए आ रही है, जिनके साथ बहुत बड़ा धोखा किया गया है, और ऐसे धोखेबाज औरत और ऐसे धोखेबाजों के ख़िलाफ़ अभी तक आपकी पुलिस ने कोई एक्शन नहीं लिया। लेकिन बदकिस्मती ये है कि यहाँ पर गरीब इंसान को आज तक सच में इंसाफ नहीं मिला, क्योंकि कानून बना तो गरीब आदमी के लिए था, लेकिन ये जो बाअसर लोग हैं उनके हाथों यरगमाल हो चुका है। यहाँ पर किसी गरीब आदमी की सुनवाई नहीं है। पिछले 17 दिन से ये खातून जो है वो दिन रात आकर चक्कर लगाती है, पैसे अपनी जेब से लगाती है, लेकिन इसको अभी तक कहीं से कोई दाद रसी नहीं हुई। अगर मैं थाने की बात करूं तो ये बड़ा करोड़ों रुपया लगाकर आईजी साहब ने आपके और मेरे टैक्स के पैसों से इसकी बिल्डिंग तैयार की है, लेकिन यहाँ पर मौजूद अंदर जो पुलिस अफसरान हैं उनका रवैया आज तक 76 साल तारीख में तब्दील नहीं हो सका। ये बिल्डिंगें तब्दील करके इस तरह के लोगों को इंसाफ नहीं मिलेगा। जब तक इंसाफ देने वाले ऐसे लोगों की जो मुश्किलात है, ऐसे लोगों का जो दर्द है वो महसूस नहीं करेंगे, तब तक इन बिल्डिंगों पर कुछ भी आपको जो है ना वो खूबसूरती नज़र नहीं आएगी।